ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਵੈਲਕਮ ਕਰਦਾ ਕੈਜੂਅਲ ਟਾਕਸ ਦੇ ਵਿੱਚ। ਇਹ ਸਮਾਜ ਬਹੁਤ ਖੂਬਸੂਰਤ ਸਮਾਜ ਦੀ ਰਚਨਾ ਹੋਈ ਹੈ। ਕਿਉਂਕਿ ਇਨਸਾਨ ਨੂੰ ਇਕੱਲੇਪਨ ਤੋਂ ਬਚਾਇਆ ਜਾ ਸਕੇ, ਇਕੱਲਾ ਮਹਿਸੂਸ ਨਾ ਕਰੇ ਇਨਸਾਨ। ਇਸ ਕਰਕੇ ਸਮਾਜ ਬਣਾਇਆ ਗਿਆ, ਸਿਰਜਿਆ ਗਿਆ। ਸਮਾਜ ਦਾ ਆਧਾਰ ਹੈ ਕਿ ਸਾਨੂੰ ਸਾਰਿਆਂ ਨੂੰ ਇਨਸਾਫ ਮਿਲਦਾ ਕਿ ਨਹੀਂ ਮਿਲਦਾ, ਨਿਆਂ ਮਿਲਦਾ ਕਿ ਨਹੀਂ ਮਿਲਦਾ। ਅਸੀਂ ਗੱਲ ਕਰਦੇ ਹਾਂ ਹਿਊਮਨ ਰਾਈਟਸ ਦੀ। ਹਿਊਮਨ ਰਾਈਟਸ ਦਾ ਆਧਾਰ ਹੈ ਸਾਨੂੰ ਜਸਟਿਸ ਮਿਲਦਾ ਹੈ ਕਿ ਨਹੀਂ ਮਿਲਦਾ। ਅਸੀਂ ਦੇਖਦੇ ਹਾਂ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਜਸਟਿਸ ਮਿਲਣਾ ਥੋੜਾ ਔਖਾ ਹੁੰਦਾ ਹੈ। ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜੇਲ੍ਹਾਂ ਦੇ ਵਿੱਚ ਕਈ ਕੈਦੀ ਕਈ ਸਾਲਾਂ ਤੋਂ ਉੱਥੇ ਕੈਦ ਕੀਤੇ ਗਏ ਨੇ, ਜਿਨ੍ਹਾਂ ਉੱਤੇ ਮੁਕੱਦਮੇ ਚੱਲ ਰਹੇ ਨੇ ਤੇ ਤਫਤੀਸ਼ ਵੀ ਹਜੇ ਪੂਰੀ ਨਹੀਂ ਹੋਈ। ਔਰ ਉਹਨਾਂ ਕੈਦੀਆਂ ਨਾਲ ਬਹੁਤ ਬੁਰਾ ਹੁੰਦਾ ਹੈ ਜੋ ਕਈ ਸਾਲਾਂ ਤੱਕ ਜੇਲ੍ਹਾਂ ਵਿੱਚ ਬੰਦ ਰਹਿੰਦੇ ਨੇ, ਪਰ ਫਿਰ ਪਤਾ ਲੱਗਦਾ ਹੈ ਕਿ ਉਹ ਬੇਗੁਨਾਹ ਨੇ, ਉਹਨਾਂ ਦੇ ਖਿਲਾਫ ਕੁਝ ਵੀ ਸਾਬਿਤ ਨਹੀਂ ਹੋ ਸਕਦਾ, ਜਾਂ ਪੁਲਿਸ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਦੇ ਖਿਲਾਫ ਕੁਝ ਵੀ ਸਾਬਿਤ ਨਹੀਂ ਕਰ ਸਕਦੀ, ਜਾਂ ਉਹਨਾਂ ਦੇ ਖਿਲਾਫ ਕੋਈ ਗਵਾਹ ਜਾਂ ਸਬੂਤ ਨਹੀਂ ਹੁੰਦੇ, ਤਾਂ ਕਈ ਸਾਲ, ਕਈ ਜ਼ਿੰਦਗੀ ਦੇ ਕੀਮਤੀ ਸਾਲ ਉਹ ਜੇਲ੍ਹਾਂ ਵਿੱਚ ਬਿਤਾਉਂਦੇ ਨੇ। ਔਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਨਿਆਂ ਵਿਵਸਥਾ ਕਿੰਨੀ ਕੁ ਕਾਰਗਰ ਹੈ। ਨਿਰਾਸ਼ਾ ਹੀ ਹੁੰਦੀ ਹੈ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਪਹਿਲਾਂ ਤਾਂ ਤਫਤੀਸ਼ ਹੀ ਪੂਰੀ ਨਹੀਂ ਹੁੰਦੀ, ਜਾਂ ਤਫਤੀਸ਼ ਜਿਹੜੀ ਹੁੰਦੀ ਹੈ, ਇਨਵੈਸਟੀਗੇਸ਼ਨ ਜਿਹੜੀ ਹੁੰਦੀ ਹੈ, ਉਹ ਵੀ ਤਸੱਲੀ ਬਖਸ਼ ਨਹੀਂ ਹੁੰਦੀ। ਔਰ ਉਸ ਤੋਂ ਬਾਅਦ ਕਈ ਸਾਲਾਂ ਤੱਕ ਜੋ ਕੇਸ ਹੈ ਉਹ ਚੱਲਦਾ ਰਹਿੰਦਾ ਹੈ ਅਦਾਲਤ ਦੇ ਵਿੱਚ। ਡੇਟਸ ਪੈਂਦੀਆਂ ਨੇ, ਹੋਰ ਵੀ ਕਈ ਛੁੱਟੀਆਂ ਆ ਜਾਂਦੀਆਂ ਨੇ, ਇਸ ਕਰਕੇ ਕੇਸ ਵੀ ਕਾਫੀ ਦੇਰ ਤੱਕ ਚੱਲਦੇ ਰਹਿੰਦੇ ਨੇ। ਤਾਂ ਨਿਆਂ ਦੀ ਵਿਵਸਥਾ ਜਿਹੜੀ ਹੈ ਉਹ ਬਿਲਕੁਲ ਲੋਕਾਂ ਨੂੰ ਭਰੋਸਾ ਤਾਂ ਹੈ, ਪਰ ਕਈ ਵਾਰ ਨਿਰਾਸ਼ਾ ਵੀ ਹੁੰਦੀ ਹੈ ਕਿ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ, ਖਰਚਾ ਵੀ ਹੁੰਦਾ ਹੈ, ਕਿਉਂਕਿ ਵਕੀਲਾਂ ਦੀਆਂ ਫੀਸਿਸ ਵੀ ਦੇਣੀਆਂ ਪੈਂਦੀਆਂ ਨੇ। ਤਾਂ ਕੁੱਲ ਮਿਲਾ ਕੇ ਹਿਊਮਨ ਰਾਈਟਸ, ਕੁੱਲ ਮਿਲਾ ਕੇ ਜਸਟਿਸ, ਉਸ ਦੀ ਹਾਲਤ ਸਾਡੇ ਸਾਹਮਣੇ ਹੈ। ਅਸੀਂ ਜਾਣਦੇ ਹਾਂ ਕਿ ਪਹਿਲਾਂ ਸਾਡਾ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ, ਤਾਂ ਉਸ ਵਕਤ ਜੋ ਪੁਲਿਸ ਡਿਪਾਰਟਮੈਂਟਸ ਬਣਾਏ ਗਏ, ਜੋ ਸਾਰਾ ਸਿਸਟਮ ਬਣਾਇਆ ਗਿਆ, ਤੇ ਉਸ ਵਕਤ ਜੋ ਸਾਰੀ ਨਿਆਂ ਪ੍ਰਣਾਲੀ ਬਣਾਈ ਗਈ, ਜੋ ਕੋਰਟਸ ਬਣਾਏ ਗਏ, ਉਹ ਸਾਰਾ ਸਿਸਟਮ ਅੰਗਰੇਜ਼ਾਂ ਦੇ ਮੁਤਾਬਿਕ ਹੈ। ਤੇ ਅਸੀਂ ਦੇਖਦੇ ਹਾਂ ਕਿ ਅੱਜ ਦੇ ਮੁਤਾਬਿਕ ਉਹਦੇ ਵਿੱਚ ਕੁਝ ਸੁਧਾਰ ਹੋਣੇ ਚਾਹੀਦੇ ਨੇ, ਕੁਝ ਚੇਂਜਸ ਹੋਣੀਆਂ ਚਾਹੀਦੀਆਂ ਨੇ, ਜੋ ਅੱਜ ਦੇ ਸਮੇਂ ਦੀ ਰਿਕੁਆਇਰਮੈਂਟ ਹੈ। ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਸੁਧਾਰ ਕਰ ਰਹੇ ਹਾਂ, ਗਵਰਨਮੈਂਟਸ ਵੱਲੋਂ ਦਾਅਵੇ ਹੁੰਦੇ ਨੇ, ਵੱਡੇ ਵੱਡੇ ਇੰਸਟੀਟਿਊਸ਼ਨਸ ਵੱਲੋਂ ਦਾਅਵੇ ਹੁੰਦੇ ਨੇ, ਪਰ ਜੋ ਪ੍ਰੈਕਟੀਕਲ ਦੇਖਣ ਨੂੰ ਮਿਲਦਾ ਹੈ ਉੱਥੇ ਸਾਨੂੰ ਨਿਰਾਸ਼ਾ ਮਹਿਸੂਸ ਹੁੰਦੀ ਹੈ, ਨਿਰਾਸ਼ਾ ਸਾਹਮਣੇ ਆਉਂਦੀ ਹੈ। ਸ਼ਾਇਦ ਜੇ ਪੂਰੀ ਤਰ੍ਹਾਂ ਸੁਧਾਰ ਕੀਤਾ ਜਾਵੇ ਤਾਂ ਕਈ ਲੋਕ ਇਹ ਵੀ ਕਹਿੰਦੇ ਨੇ, ਐਕਸਪਰਟਸ ਇਹ ਵੀ ਕਹਿੰਦੇ ਨੇ ਕਿ ਜੋ ਸੱਤਾ ਵਿੱਚ ਮੌਜੂਦ ਨੇ ਲੋਕ, ਉਹਨਾਂ ਨੂੰ ਸ਼ਾਇਦ ਇਹ ਸੁਧਾਰ ਸੂਟ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੀ ਪਾਵਰ ਦਾ ਖਤਰਾ ਹੈ। ਇਸ ਤਰ੍ਹਾਂ ਐਕਸਪਰਟਸ ਦੀ ਰਾਏ ਹੈ ਕਿ ਸ਼ਾਇਦ ਇਸ ਕਰਕੇ ਉਸ ਲੈਵਲ ਤੇ ਸੁਧਾਰ ਨਹੀਂ ਹੋ ਪਾ ਰਹੇ। ਜਾਂ ਦੂਸਰੇ ਵਿਚਾਰ ਇਹ ਨੇ ਐਕਸਪਰਟਸ ਦੇ ਕਿ ਇਹਨਾਂ ਵੱਲ ਪ੍ਰੋਪਰ ਧਿਆਨ ਨਹੀਂ ਦਿੱਤਾ ਜਾਂਦਾ, ਇਹਨਾਂ ਵੱਲ ਪ੍ਰੋਪਰ ਪੈਸਾ ਨਹੀਂ ਖਰਚਿਆ ਜਾਂਦਾ, ਇਨਵੈਸਟਮੈਂਟਸ ਨਹੀਂ ਕੀਤੀਆਂ ਜਾਂਦੀਆਂ ਕਿ ਪ੍ਰੋਪਰ ਸੁਧਾਰ ਹੋ ਸਕਣ। ਤਾਂ ਉਹਦਾ ਨਤੀਜਾ ਇਹ ਹੁੰਦਾ ਹੈ ਕਿ ਜਿਹੜੇ ਵੱਡੇ ਵੱਡੇ ਆਦਮੀ ਨੇ, ਅਮੀਰ ਆਦਮੀ ਨੇ, ਉਹਨਾਂ ਨੂੰ ਤਾਂ ਨਿਆਂ ਮਿਲ ਜਾਂਦਾ ਹੈ ਕਿਸੇ ਨਾ ਕਿਸੇ ਤਰ੍ਹਾਂ, ਕਿਉਂਕਿ ਉਹਨਾਂ ਦੀ ਪਹੁੰਚ ਵੀ ਹੈ, ਉਹਨਾਂ ਕੋਲ ਪੈਸਾ ਵੀ ਹੈ, ਉਹ ਵਕੀਲਾਂ ਦੀ ਫੌਜ ਵੀ ਖੜੀ ਕਰ ਸਕਦੇ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ, ਉਹਨਾਂ ਨੂੰ ਨਿਆਂ ਮਿਲ ਸਕਦਾ ਹੈ। ਪਰ ਜਿਹੜਾ ਆਮ ਇਨਸਾਨ ਹੈ, ਜਿਹਦੇ ਕੋਲ ਨਾ ਪੈਸਾ ਹੈ, ਨਾ ਪਹੁੰਚ ਹੈ, ਨਾ ਮਹਿੰਗੇ ਵਕੀਲ ਹਾਇਰ ਕਰ ਸਕਦਾ ਹੈ, ਉਹਦੇ ਵਾਸਤੇ ਨਿਆਂ ਮਿਲਣਾ ਔਖਾ ਹੋ ਜਾਂਦਾ ਹੈ, ਕਿਉਂਕਿ ਉਹ ਕਮਜ਼ੋਰ ਹੈ। ਸੋ ਜਿੱਥੇ ਸਾਡਾ ਸੰਵਿਧਾਨ ਸਾਨੂੰ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਹੈ, ਬਰਾਬਰੀ ਦਾ ਹੱਕ ਦਿੰਦਾ ਹੈ, ਇੱਥੇ ਆ ਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਕਿਤੇ ਨਾ ਕਿਤੇ ਸੰਵਿਧਾਨ ਦੀ ਉਲੰਘਣਾ ਹੋ ਰਹੀ ਹੈ। ਤਾਂ ਚਾਹੀਦਾ ਇਹ ਹੈ ਕਿ ਸਾਨੂੰ ਸਾਡੇ ਸੰਵਿਧਾਨ ਦੇ ਮੁਤਾਬਿਕ ਹੀ ਸਾਰਾ ਕੁਝ ਮਿਲੇ, ਸਾਨੂੰ ਨਿਆਂ ਮਿਲੇ, ਜਸਟਿਸ ਮਿਲੇ, ਹਿਊਮਨ ਰਾਈਟਸ ਦੀ ਰਾਖੀ ਹੋਵੇ, ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰੇ ਤੇ ਕੋਰਟਸ ਵੀ ਆਪਣੇ ਫੈਸਲੇ ਕਰੇ, ਤਾਂ ਸਭ ਕੁਝ ਸੰਵਿਧਾਨ ਦੇ ਮੁਤਾਬਿਕ ਹੋਵੇ। ਕਿਉਂਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਬੜਾ ਖੂਬਸੂਰਤ ਸੰਵਿਧਾਨ ਬਣਾਇਆ ਹੈ, ਔਰ ਸੰਵਿਧਾਨ ਦੇ ਮੁਤਾਬਿਕ ਚੱਲਿਆ ਜਾਵੇ ਤਾਂ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਜਸਟਿਸ ਵੀ ਹੋਏਗਾ ਤੇ ਹਿਊਮਨ ਰਾਈਟਸ ਦੀ ਰਾਖੀ ਵੀ ਹੋਏਗੀ। ਪੈਟਰੋਲ ਤੇ ਡੀਜ਼ਲ ਦੀ ਕੀਮਤ ਘਟ ਗਈ ਹੈ। ਸੋ ਐਕਸਪਰਟਸ ਕਈ ਵਾਰ ਇਹ ਵੀ ਕਹਿੰਦੇ ਨੇ ਕਿ ਹੁਣ ਸਰਕਾਰ ਲੋਕ ਭਲਾਈ ਦੇ ਕੰਮਾਂ ਵਾਸਤੇ ਪੈਸਾ ਕਿੱਥੋਂ ਲਿਆਏਗੀ, ਕਿਉਂਕਿ ਪਹਿਲਾਂ ਹੀ ਕਾਫੀ ਕੁਝ ਨਿਚੋੜਿਆ ਜਾ ਚੁੱਕਿਆ ਹੈ ਪਬਲਿਕ ਤੋਂ, ਕਿ ਅਸੀਂ ਦੇਖਦੇ ਹਾਂ ਕਿ ਪੈਟਰੋਲ ਦੇ, ਡੀਜ਼ਲ ਦੇ, ਇਸ ਤੋਂ ਬਾਅਦ ਵਾਈਨ, ਸ਼ਰਾਬ ਦੇ, ਇਹ ਸਾਰੇ ਰੇਟਸ ਬਹੁਤ ਜ਼ਿਆਦਾ ਨੇ, ਔਰ ਇੱਥੋਂ ਹੀ ਜ਼ਿਆਦਾਤਰ ਆਮਦਨ ਹੁੰਦੀ ਹੈ, ਜਿਹਦੇ ਨਾਲ ਸਾਰਾ ਦੇਸ਼ ਚੱਲਦਾ ਹੈ, ਇਕੋਨਮੀ ਚੱਲਦੀ, ਕਿਉਂਕਿ ਕਾਫੀ ਜ਼ਿਆਦਾ ਪ੍ਰੋਫਿਟਸ ਹੁੰਦੇ ਨੇ, ਇਹਦੇ ਉੱਤੇ ਟੈਕਸਿਸ ਵੀ ਕਾਫੀ ਜ਼ਿਆਦਾ ਨੇ। ਸੋ ਜਦੋਂ ਅਸੀਂ ਦੇਖਦੇ ਹਾਂ ਕਿ ਪੈਟਰੋਲ ਤੇ ਡੀਜ਼ਲ ਦੀ ਕੀਮਤ ਘਟ ਗਈ ਹੈ ਤਾਂ ਸਰਕਾਰ ਦੇ ਖਜ਼ਾਨੇ ਵਿੱਚ ਆਉਣ ਵਾਲਾ ਪੈਸਾ ਵੀ ਘਟੇਗਾ। ਤਾਂ ਇਸ ਕਰਕੇ ਲੋਕ ਭਲਾਈ ਦੇ ਕੰਮ, ਸਿਹਤ ਦੇ ਕੰਮ, ਵਿੱਦਿਆ ਦੇ ਕੰਮ, ਇਹਦੇ ਵਿੱਚ ਕਟੌਤੀ ਕੀਤੀ ਜਾਏਗੀ, ਕਿਉਂਕਿ ਇਹ ਤਿੰਨ ਖੇਤਰਾਂ ਵਿੱਚ ਹੀ ਕਟੌਤੀ ਕੀਤੀ ਜਾਂਦੀ ਹੈ ਜਦੋਂ ਸਰਕਾਰ ਆਪਣੇ ਖਰਚੇ ਅੱਗੇ ਚਲਾਉਣਾ ਚਾਹੁੰਦੀ ਹੈ। ਸਵਾਲ ਇਹ ਹੈ ਕਿ ਸਰਕਾਰ ਆਪਣੇ ਖਰਚੇ ਘੱਟ ਕਿਉਂ ਨਹੀਂ ਕਰਦੀ, ਤਾਂ ਕਿ ਇਹ ਤਿੰਨੋਂ ਖੇਤਰਾਂ ਦੇ ਵਿੱਚ ਜੋ ਲੋਕ ਭਲਾਈ ਦਾ ਹੈ, ਜੋ ਸਿਹਤ ਦਾ ਹੈ, ਜੋ ਪੜ੍ਹਾਈ ਲਿਖਾਈ ਐਜੂਕੇਸ਼ਨ ਦਾ ਹੈ, ਉਹਨਾਂ ਵਿੱਚ
कटौती ना की जाए बल्कि होर खर्चे घटाए जान। सो लोक भलाई के कामों वास्ते जो पैसे चाहिए ने वो कित्थों आउणगे, ये एक्सपर्ट्स भी कह रहे हैं। सो देखण वाली गल ये है कि हुण ये सरकार जो खर्च ते आमदन का आपसी तालमेल है किवें बिठाउंदी है, क्योंकि बहुत वड्डा गैप पैण जा रहा है, बहुत वड्डा फर्क पैण जा रहा है पेट्रोल ते डीजल की कीमत घटन कारण। स्वागत योग भी है कि पब्लिक नूं राहत मिलेगी, पर सरकार ने अपने खर्चे पूरे करने ने, सरकार ने पैसा लेना है टैक्सां के रूप दे विच पब्लिक तो पैसा लेना है, तो फिर बाकी थां तो पैसा लेता जाएगा, होर थां तो महंगाई वधेगी, होर चीज़ां महंगियां होणगियां, दूसरियां थावां तो वो टैक्स कलैक्ट किया जाएगा। क्यों? क्योंकि जो सारा सिस्टम है उन्होंने चलाउण वास्ते पैसा चाहिए है। तो जे एक पास्यों पैसा छड़ दिता जाता है, कटौती कर दी जाती है, तो दूसरे पास्यों टैक्स वधाए भी जाएंगे ताकि वो सारे खर्चे पूरे किए जान जिन्होंने वास्ते वो आमदन चाहिए है। तो इस करके एक पास्यों जे राहत दी गई है तो दूजे पास्यों कीमतां वधणगियां। हुण कीमत किहड़ियां-किहड़ियां वस्तुओं की वधदी है ये आउण वाला समा दसेगा, क्योंकि सरकार ने पैसा कित्थों लियाना है? पैसा तो पब्लिक तो ही लेना है, पैसा तो टैक्स तो ही लेना है। या फिर ये कर सकती है सरकार कि जिहड़े वड्डे वड्डे अमीर घराणे ने, वड्डे वड्डे कॉरपोरेट हाउसिस ने, उन्हां दी आमदन दे उत्ते टैक्स ज़्यादा लगाया जाए ताकि अपने सारे खर्चे पूरे किए जान। तो ये भी जिम्मेवारी बनती है इन्हां अमीर घराणियां दी कि वो आप अगे आउण, अपनी जिम्मेवारी समझण, क्योंकि समाज तो ही उन्होंने सारा कुछ कमाया है, लोगों तो ही सब कुछ कमाया है। तो क्यों नहीं लोगों की सहायता वास्ते खड़े होंदे, क्यों नहीं समाज की सहायता वास्ते खड़े होंदे, क्यों नहीं एजुकेशन के उत्ते खर्च करते, क्यों नहीं वो अमीर घराणे एजुकेशन के उत्ते खर्च करते, सेहत सेवावां के उत्ते खर्च करते, लोक भलाई के उत्ते खर्च करते। क्योंकि असीं देखते हैं कि सेहत सेवावां भी कमर्शियल कर दित्तियां गईयां ने। इन्ने महंगे इलाज, इन्ने महंगे हस्पताल, इन्नियां महंगियां दवाइयां, तो जे असीं विद्यक अदारियां की गल करिए तो इन्नी महंगी एजुकेशन आम लोगों के वसों बाहर हो चुकिया है। सब कुछ आम लोगों के वस की गल नहीं रही अपने बच्चों को पढ़ाना तो इलाज करवाना। कई बार असीं देखते हैं लोग बिना इलाज तो मर जाते हैं। कई बार असीं ये देखते हैं कि एक बहुत वधिया स्टूडेंट पैसा ना होने करके पढ़ाई लिखाई तो वांझा रह जाता। कई बार असीं देखते हैं कि लोक भलाई के काम जिवें पेनशनस मिलनियां, होर भी बहुत कुछ है लोक भलाई के काम जो सरकार करती है, उन्हां दे विच जे कटौती की जाएगी तो जिन्हां लोकां नूं सहायता की लोड़ है उन्हां लोकां दा की बनूगा। पिछले दिनी पंजाब पुलिस दे विच भर्ती हुई। पंजाब तो इलावा बाहर दे लोकां नूं भी, जो बाहर दे जंपल ने, होर राज्यां दे जंपल ने, उन्होंने भी शामिल किया गया, उन्होंने भी भर्ती किया गया, जो काफ़ी चर्चा विच रहा कि पंजाब सरकार ने एक कदम क्यों चुकिया। कई राज्यों में असीं देखते हाँ कि 75% के करीब नौकरियां सिर्फ उत्थों के जंपल, उत्थों के स्थानक लोगों को दित्तियां जांदियां ने, बाहर के लोगों को एंटरटेन नहीं किया जाता। फिर पंजाब ने यह क्यों किया? हो सकता है कि हुण पंजाब भी ये स्टैप लवे कि बाहर के लोगों को भर्ती नहीं किया जाएगा। क्यों? क्योंकि बेरोजगारी की समस्या सब तो वड्डी समस्या बन के साडे सामने आई है। इस तों वड्डी होर कोई समस्या नहीं है। तो नौजवान जे बेरोजगार ने तो कोई भी गलती कर सकते हैं, किसी भी गलत राह ते जा सकते हैं, क्योंकि मजबूरी इंसान नूं कुछ भी करवाउंदी है। असीं देखते हाँ कि पंजाब का जो टैलेंट है विदेशों में जा रहा है। ब्रेन ड्रेन, साडा जो बौद्धिक विकास है वो साडे काम नहीं आ रहा, दूसरे देशों में जा रहा है। और जदों एक इंसान दूसरे देश में सैटल हो जाता है, उत्थे जाके काम करता है, तो पंजाब दे विच 2 हथ ते 1 दिमाग घट जाते हैं, तो विदेश दे विच 2 हथ ते 1 दिमाग वध जाते हैं। ठीक उस तरह पंजाब का पैसा भी बाहर जा रहा है, क्योंकि असीं देखते हैं कि जो फीसां देनियां ने, उन्होंने बाहर सैटल होने वास्ते अपना पैसा खर्च करना है, तो विदेशों जा रहा है। पंजाब की धरती का जो पैसा है तो टैलेंट है वो विदेशों जा रहा है, इसका भी नुकसान हो रहा है। तो साडा जो विकास मॉडल है वो रोज़गार मुखी नहीं है। असीं देखते हैं कि साडा जो विकास मॉडल है वो अमीर लोगों के वल ज़्यादा रुख करता है, कॉरपोरेट से वल ज़्यादा रुख करता है। अमीर ज़्यादा होर अमीर होंदे जा रहे हैं, गरीब होर गरीब होंदे जा रहे हैं, और ये बहुत वड्डा गैप जो है वधदा जा रहा है। इस करके साडा जोड़ा विकास मॉडल है वो रोज़गार मुखी नहीं है। तो इस करके रोज़गार मुखी बनाना ज़रूरी है जे असीं चाहुंदे हां कि पंजाब नूं ते भारत दीआं होर स्टेट्स नूं या पूरे भारत नूं बचाया जा सके। जे इसे कॉन्टैक्सट विच असीं पूरी दुनिया नूं वेखीए तो पूरी दुनिया
ਦੇ ਵਿੱਚ ਵੀ ਸਾਨੂੰ ਰੋਜ਼ਗਾਰ ਮੁਖੀ ਮਾਡਲ ਚਾਹੀਦਾ ਹੈ। ਇਹ ਨਹੀਂ ਕਿ ਅਸੀਂ ਵੱਡੀਆਂ ਇੰਡਸਟਰੀਜ਼ ਦੇ ਗੁਲਾਮ ਬਣ ਕੇ ਜੀ ਰਹੇ ਹਾਂ, ਮਲਟੀਨੈਸ਼ਨਲ ਕੰਪਨੀਜ਼ ਦੇ ਗੁਲਾਮ ਬਣ ਕੇ ਜੀ ਰਹੇ ਹਾਂ। ਜਿਵੇਂ ਉਹ ਚਾਹੁੰਦੀਆਂ ਨੇ ਉਵੇਂ ਸਾਨੂੰ ਇਸਤੇਮਾਲ ਕਰਦੀਆਂ ਨੇ। ਸਾਡੇ ਅੰਦਰ ਜੋ ਆਪਣੀ ਐਬਿਲਿਟੀ ਹੈ ਐਂਟਰਪ੍ਰੈਨਿਓਰਸ਼ਿਪ ਦੀ, ਉਹਨੂੰ ਕਿਉਂ ਨਹੀਂ ਅੱਗੇ ਆਉਣ ਦਿੱਤਾ ਜਾਵੇ। ਇਸ ਕਰਕੇ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਨੌਜਵਾਨ ਜੋ ਅੱਗੇ ਕੰਮ ਕਰ ਸਕਦੇ ਨੇ, ਆਪਣੇ ਬਿਜ਼ਨਸ ਸੈਟਲ ਕਰ ਸਕਦੇ ਨੇ ਆਪਣੀ ਅਰਥ ਵਿਵਸਥਾ ਦੇ ਮੁਤਾਬਿਕ, ਉਹਨਾਂ ਨੂੰ ਵੀ ਲੋਨ ਦਿੱਤੇ ਜਾਣ ਤਾਂ ਕਿ ਉਹ ਆਸਾਨ ਕਿਸ਼ਤਾਂ ਦੇ ਉੱਤੇ ਉਹ ਲੋਨ ਲੈ ਕੇ ਆਪਣੇ ਬਿਜ਼ਨਸ ਐਸਟੈਬਲਿਸ਼ ਕਰਨ, ਹੋਰ ਲੋਕਾਂ ਨੂੰ ਵੀ ਨੌਕਰੀ ਦੇਣ ਤਾਂ ਕਿ ਇੰਪਲੋਇਮੈਂਟ ਜਨਰੇਟ ਹੋਵੇ। ਕਿਉਂਕਿ ਇਹ ਨਹੀਂ ਕਿ ਹਮੇਸ਼ਾ ਵੱਡੇ ਘਰਾਣਿਆਂ ਨੂੰ ਤੇ ਵੱਡੇ ਬਿਜ਼ਨਸ ਹਾਊਸਿਸ ਨੂੰ ਹੀ ਲੋਨ ਦਿੱਤਾ ਜਾਏ ਤੇ ਜੋ ਅੱਛੇ ਐਂਟਰਪ੍ਰੈਨਿਓਰ ਛੋਟੇ ਲੈਵਲ ਤੋਂ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਦੇ ਵੱਲ ਧਿਆਨ ਨਾ ਦਿੱਤਾ ਜਾਏ। ਤਾਂ ਕੁੱਲ ਮਿਲਾ ਕੇ ਸਾਨੂੰ ਜੋ ਵਿਕਾਸ ਮਾਡਲ ਚਾਹੀਦਾ ਹੈ ਉਹ ਰੋਜ਼ਗਾਰ ਮੁਖੀ ਚਾਹੀਦਾ ਹੈ, ਨਾ ਕਿ ਇਹ ਸਾਰੇ ਜੋ ਆਲਰੇਡੀ ਅਮੀਰ ਨੇ ਉਹਨਾਂ ਨੂੰ ਹੋਰ ਅਮੀਰ ਬਣਾਉਣ ਵੱਲ ਜਾਣਾ ਚਾਹੀਦਾ। ਕਿਉਂਕਿ ਅਸੀਂ ਜਾਣਦੇ ਹਾਂ ਕਿ ਜੋ ਸਾਰੀ ਇੰਪਲੋਇਮੈਂਟ ਹੈ ਉਹ ਕੌਣ ਜਨਰੇਟ ਕਰਦਾ, ਕੌਣ ਇਹ ਨੌਕਰੀਆਂ ਵਧਾਉਂਦਾ ਹੈ? ਮਿਡਲ ਕਲਾਸ। ਕਿਉਂਕਿ ਮਿਡਲ ਕਲਾਸ ਬਹੁਤ ਵੱਡੀ ਹੈ ਭਾਰਤ ਦੇ ਵਿੱਚ। ਜੋ ਵੱਡੀ ਐਲੀਟ ਕਲਾਸ ਹੈ ਉਹ 5% ਹੋਏਗੀ, ਕਈ ਤਾਂ ਕਹਿੰਦੇ ਨੇ ਸਿਰਫ 1% ਹੈ, ਬਾਕੀ ਸਾਰੀ ਮਿਡਲ ਕਲਾਸ ਹੈ। ਸੋ ਮਿਡਲ ਕਲਾਸ ਜਿੰਨੀਆਂ ਜ਼ਰੂਰਤਾਂ ਦੱਸੇਗੀ, ਜਿੰਨੀਆਂ ਚੀਜ਼ਾਂ ਦੀ ਮੰਗ ਵਧਾਏਗੀ, ਉਨੀਆਂ ਜ਼ਿਆਦਾ ਚੀਜ਼ਾਂ ਬਣਨਗੀਆਂ। ਕੰਪਨੀਜ਼, ਫੈਕਟਰੀਜ਼ ਉਨੀਆਂ ਜ਼ਿਆਦਾ ਚੀਜ਼ਾਂ ਬਣਾਉਣਗੀਆਂ। ਚੀਜ਼ਾਂ ਜ਼ਿਆਦਾ ਬਣਾਉਣ ਵਾਸਤੇ ਜ਼ਿਆਦਾ ਬੰਦੇ ਚਾਹੀਦੇ ਨੇ, ਤੇ ਜਦੋਂ ਜ਼ਿਆਦਾ ਬੰਦੇ ਚਾਹੀਦੇ ਨੇ ਇੰਪਲੋਇਮੈਂਟ ਆਪਣੇ ਆਪ ਜਨਰੇਟ ਹੋਏਗੀ, ਆਪਣੇ ਆਪ ਰੋਜ਼ਗਾਰ ਮਿਲਣੇ ਸ਼ੁਰੂ ਹੋ ਜਾਣਗੇ। ਇਸ ਕਰਕੇ ਹੁਣ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੋ ਬੇਰੁਜ਼ਗਾਰੀ ਦੀ ਮਾਰ ਪੈ ਰਹੀ ਹੈ ਇਹਦੇ ਵਾਸਤੇ ਕਿਸ ਤਰ੍ਹਾਂ ਦੀ ਸਟ੍ਰੈਟਜੀ ਬਣਾਈ ਜਾਵੇ, ਕਿਸ ਤਰ੍ਹਾਂ ਦੀ ਪਲੈਨਿੰਗ ਕੀਤੀ ਜਾਵੇ, ਕਿਸ ਤਰ੍ਹਾਂ ਦੇ ਮਾਡਲਸ ਬਣਾਏ ਜਾਣ ਜੋ ਪ੍ਰੋਗਰੈਸ ਵੱਲ ਲੈ ਕੇ ਜਾਣ ਆਪਣੇ ਦੇਸ਼ ਨੂੰ, ਕਿਸ ਤਰ੍ਹਾਂ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਏ। ਕਿਉਂਕਿ ਤੁਸੀਂ ਗੱਲ ਮੰਨ ਕੇ ਚੱਲੋ ਕਿ ਮੰਨ ਲਓ ਇੱਕ ਤੀਰ ਕਮਾਨ ਹੈ ਤੁਹਾਡੇ ਕੋਲ, ਅਸੀਂ ਸਾਰੇ ਜਾਣਦੇ ਹਾਂ ਤੀਰ ਕਮਾਨ ਕੀ ਹੁੰਦਾ ਹੈ, ਤੇ ਇੱਕ ਤੀਰ ਨੂੰ ਤੁਸੀਂ ਕਮਾਨ ਤੇ ਚੜਾ ਕੇ ਪੂਰਾ ਖਿੱਚ ਕੇ ਪੂਰੇ ਜ਼ੋਰ ਨਾਲ ਛੱਡ ਦਿਓ, ਪਰ ਨਿਸ਼ਾਨਾ ਕੋਈ ਨਹੀਂ ਦੇਣਾ, ਦਿਸ਼ਾ ਕੋਈ ਨਹੀਂ ਦੇਣੀ, ਸਿਰਫ ਜ਼ੋਰ ਨਾਲ ਛੱਡ ਦੇਣਾ ਹੈ, ਤੇ ਉਹ ਤੀਰ ਕੀ ਕਰੇਗਾ? ਉਹ ਕਿਸੇ ਦਾ ਵੀ ਨੁਕਸਾਨ ਕਰੇਗਾ। ਠੀਕ ਉਸੇ ਤਰ੍ਹਾਂ ਨੌਜਵਾਨ ਨੇ, ਜੇ ਉਹਨਾਂ ਨੂੰ ਕੋਈ ਦਿਸ਼ਾ ਨਾ ਦਿੱਤੀ ਜਾਏ, ਕੋਈ ਨਿਸ਼ਾਨਾ ਨਾ ਦਿੱਤਾ ਜਾਏ, ਤੇ ਉਹ ਵੀ ਖਿੱਚ ਕੇ ਛੱਡੇ ਹੋਏ ਤੀਰ ਨੇ, ਉਹ ਵੀ ਕਿਸੇ ਪਾਸੇ ਜਾ ਕੇ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਨੇ। ਕਿਉਂ? ਮਜਬੂਰ ਨੇ, ਤੇ ਮਜਬੂਰੀ ਇਨਸਾਨ ਨੂੰ ਉਹ ਕੰਮ ਕਰਨ ਲਈ ਵੀ ਮਜਬੂਰ ਕਰ ਸਕਦੀ ਹੈ ਜੋ ਨਾ ਉਹਦੇ ਫਾਇਦੇ ਵਿੱਚ ਹੁੰਦਾ ਹੈ, ਨਾ ਉਹਦੇ ਪਰਿਵਾਰ ਦੇ ਫਾਇਦੇ ਵਿੱਚ ਹੁੰਦਾ ਹੈ, ਨਾ ਉਹਦੇ ਸਮਾਜ ਦੇ ਫਾਇਦੇ ਵਿੱਚ ਹੁੰਦਾ ਹੈ, ਨਾ ਉਹਦੇ ਦੇਸ਼ ਦੇ ਫਾਇਦੇ ਵਿੱਚ ਹੁੰਦਾ ਹੈ। ਤਾਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਵਾਸਤੇ ਜ਼ਰੂਰੀ ਹੈ ਕਿ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ। ਕਈ ਕੰਪਨੀਆਂ ਐਸੀਆਂ ਨੇ ਜੋ ਕਿ ਵੱਡੀਆਂ ਕੰਪਨੀਆਂ ਨੂੰ ਇਹ ਦੱਸਦੀਆਂ ਨੇ ਕਿ ਤੁਸੀਂ ਆਪਣਾ ਟੈਕਸ ਬਚਾਉਣਾ ਕਿਵੇਂ ਹੈ, ਦੂਜੇ ਲਫ਼ਜ਼ਾਂ ਦੇ ਵਿੱਚ ਤੁਸੀਂ ਆਪਣਾ ਟੈਕਸ ਚੋਰੀ ਕਿਵੇਂ ਕਰਨਾ ਹੈ। ਇਸ ਤਰ੍ਹਾਂ ਦੀਆਂ ਕਈ ਟੈਕਸ ਪਨਾਹਾਂ ਨੇ, ਕਈ ਐਸੇ ਟਾਪੂ ਨੇ ਪੂਰੀ ਦੁਨੀਆ ਦੇ ਵਿੱਚ, ਛੋਟੇ ਦੇਸ਼ ਨੇ, ਤੁਸੀਂ ਜਾ ਕੇ ਉੱਥੇ ਆਪਣਾ ਪੈਸਾ ਰੱਖ ਸਕਦੇ ਹੋ। ਤੇ ਜਦੋਂ ਇਹਨਾਂ ਕੰਪਨੀਆਂ ਦੀ ਲਿਸਟ ਜਾਰੀ ਕੀਤੀ ਗਈ ਤਾਂ ਪਤਾ ਲੱਗਿਆ ਇਹਨਾਂ ਦੀਆਂ ਡਿਟੇਲਸ ਬਾਰੇ ਕਿ ਬਹੁਤ ਸਮੇਂ ਤੋਂ ਇਹ ਇਹਨਾਂ ਵੱਡੇ ਲੋਕਾਂ ਨੂੰ, ਵੱਡੀਆਂ ਕੰਪਨੀਆਂ ਨੂੰ ਟੈਕਸ ਬਚਾਉਣ ਦੇ ਤਰੀਕੇ ਦੱਸਦੀਆਂ ਨੇ ਤੇ ਆਪਣਾ ਪੈਸਾ ਵਿਦੇਸ਼ਾਂ ਵਿੱਚ, ਉਹਨਾਂ ਟਾਪੂਆਂ ਤੇ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਟੈਕਸ ਬਹੁਤ ਨਾਮ ਮਾਤਰ ਹੈ, ਜਿੱਥੇ ਜਾ ਕੇ ਟੈਕਸ ਪਨਾਹਾਂ ਦੇ ਵਿੱਚ ਉਹ ਆਪਣਾ ਟੈਕਸ ਬਚਾ ਸਕਦੇ ਨੇ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਥੋਂ ਟੈਕਸ ਚੋਰੀ ਕਰਕੇ ਉੱਥੇ ਆਪਣਾ ਪੈਸਾ ਰੱਖਦੇ ਨੇ। ਤਾਂ ਇਹ ਸਾਰੀ ਯੋਜਨਾਬੰਦੀ ਕਰਦੀਆਂ ਨੇ ਇਹ ਕੰਪਨੀਆਂ। ਦੇਸ਼ ਦੀ ਇਹ ਹਾਲਤ ਹੈ, ਦੁਨੀਆ ਦੀ ਇਹ ਹਾਲਤ ਹੈ, ਲੋਕੀ ਤਰਾਹੀ ਕਰਦੇ ਪਏ ਨੇ, ਲੋਕ ਸੇਵਾਵਾਂ ਘਟਦੀਆਂ ਜਾ ਰਹੀਆਂ ਨੇ, ਪੈਨਸ਼ਨਾਂ ਬੰਦ ਕੀਤੀਆਂ ਜਾ ਰਹੀਆਂ ਨੇ, ਸਿਹਤ ਸਹੂਲਤਾਂ ਦੇ ਵਿੱਚ ਖਰਚਾ ਘੱਟ ਕੀਤਾ ਜਾ ਰਿਹਾ ਹੈ, ਗਵਰਨਮੈਂਟ ਕੋਲ ਫੰਡਸ ਘੱਟ ਨੇ, ਤੇ ਇਹ ਲੋਕ ਆਪਣੀ ਆਮਦਨ ਦਾ 75% ਦੇ ਕਰੀਬ ਜੋ ਇਹਨਾਂ ਦੇ ਪ੍ਰੋਫਿਟਸ ਵਿੱਚੋਂ ਹੈ ਇਹ ਬਾਹਰ ਦੇ ਮੁਲਕਾਂ ਦੇ ਵਿੱਚ ਉਹਨਾਂ ਟਾਪੂਆਂ ਤੇ ਰੱਖਦੇ ਨੇ, ਉਹਨਾਂ ਦੇਸ਼ਾਂ ਵਿੱਚ ਰੱਖਦੇ ਨੇ ਜਿਨ੍ਹਾਂ ਨੂੰ ਟੈਕਸ ਪਨਾਹਾਂ ਕਿਹਾ ਜਾਂਦਾ ਹੈ, ਜਿੱਦਾਂ ਸਵਿਸ ਬੈਂਕ ਹੋ ਗਏ, ਹੋਰ ਵੀ ਕਈ ਐਸੇ ਦੇਸ਼ ਨੇ ਜਿੱਥੇ ਜਾ ਕੇ ਉਹ ਆਪਣੇ ਪੈਸੇ ਰੱਖ ਸਕਦੇ ਨੇ। ਸੋ ਇਹ ਸਾਰੀਆਂ ਗੱਲਾਂ ਸਾਡੀ ਸੋਚ ਤੇ ਨਿਰਭਰ ਕਰਦੀਆਂ ਨੇ ਕਿ ਅਸੀਂ ਇਹ ਸਭ ਕਿਉਂ ਕਰ ਰਹੇ ਹਾਂ। ਕਿਉਂਕਿ ਜਿਹੜਾ ਇਹ ਵਿਕਾਸ ਮਾਡਲ ਹੈ ਇਹ ਲੋਕ ਪੱਖੀ ਨਹੀਂ ਹੈ, ਲੋਕਾਂ ਦੇ ਹੱਕ ਵਿੱਚ ਨਹੀਂ ਜਾਂਦਾ ਹੈ। ਕਿਉਂਕਿ ਇਹ ਸਾਰੀ ਮਿਲੀ ਭਗਤ ਜੋ ਹੈ ਕਿ ਜਿਹੜੇ ਪੋਲੀਟੀਸ਼ੀਅਨਸ ਵੱਡੇ ਅਹੁਦਿਆਂ ਤੇ ਬੈਠੇ ਨੇ, ਜਿਹੜੇ ਬਿਜ਼ਨਸਮੈਨ ਵੱਡੇ ਅਹੁਦਿਆਂ ਤੇ ਬੈਠੇ ਨੇ, ਇਹ ਮਿਲ ਕੇ ਕਿਵੇਂ ਸਰਕਾਰਾਂ ਨੂੰ ਚਲਾਉਂਦੇ ਨੇ, ਮਿਲ ਕੇ ਕਿਵੇਂ ਸਿਸਟਮ ਨੂੰ ਚਲਾਉਂਦੇ ਨੇ। ਇਹਨਾਂ ਵਿੱਚ ਇਮਾਨਦਾਰ ਲੋਕ ਮੌਜੂਦ ਨੇ, ਪਰ ਉਹਨਾਂ ਇਮਾਨਦਾਰ ਲੋਕਾਂ ਦੀ ਚਲਦੀ ਕਿੰਨੀ ਕੁ ਹੈ ਇਹ ਦੇਖਣ ਵਾਲੀ ਗੱਲ ਹੈ। ਪੋਲੀਟੀਸ਼ੀਅਨਸ ਵੀ ਇਮਾਨਦਾਰ ਨੇ ਬਹੁਤ ਸਾਰੇ, ਬਿਜ਼ਨਸਮੈਨ ਵੀ ਇਮਾਨਦਾਰ ਨੇ ਬਹੁਤ ਸਾਰੇ, ਕਾਰਪੋਰੇਟਸ ਹਾਊਸਿਸ ਵੀ ਇਮਾਨਦਾਰ ਨੇ ਬਹੁਤ ਸਾਰੇ, ਪਰ ਇਹਨਾਂ ਦੀ ਪਹੁੰਚ ਕਿੰਨੀ ਕੁ ਹੈ, ਇਹਨਾਂ ਦੀ ਚਲਦੀ ਕਿੰਨੀ ਕੁ ਹੈ, ਇਸ ਗੱਲ ਦੇ ਉੱਤੇ ਨਿਰਭਰ ਕਰਦਾ ਹੈ। ਤੇ ਬਾਕੀ ਜੋ ਸ਼ੈਤਾਨ ਬੈਠੇ ਹੋਏ ਨੇ ਉਹਨਾਂ ਦੀ ਕਿੰਨੀ ਕੁ ਚਲਦੀ ਹੈ ਇਹ ਵੀ ਗੱਲ ਵਿਚਾਰ ਕਰਨ ਵਾਲੀ ਹੈ। ਇਹ ਸ਼ੈਤਾਨ ਲੋਕ ਟੈਕਸ ਅਦਾ ਨਹੀਂ ਕਰਦੇ, ਮੁਨਾਫੇ ਕਮਾਉਂਦੇ ਨੇ, ਤੇ ਫਿਰ ਟੈਕਸ ਦਾ ਸਾਰਾ ਬੋਝ ਆਮ ਲੋਕਾਂ ਤੇ ਪਾ ਦਿੱਤਾ ਜਾਂਦਾ ਹੈ।
ਆਮ ਲੋਕਾਂ ਨੂੰ ਨਿਚੋੜਿਆ ਜਾਂਦਾ ਹੈ। ਕਿੰਨਾ ਕੁ ਨਿਚੋੜ ਸਕਦੇ ਹਾਂ? ਆਮ ਲੋਕਾਂ ਕੋਲ ਕਿੰਨਾ ਕੁ ਪਿਆ ਹੋਇਆ ਹੈ ਜੋ ਉਹਨਾਂ ਨੂੰ ਨਿਚੋੜੀ ਜਾਵਾਂਗੇ? ਇੱਕ ਨਾ ਇੱਕ ਪੁਆਇੰਟ ਤੇ ਉੱਤੇ ਜਾ ਕੇ ਆਮ ਲੋਕ ਵੀ ਫਿਰ ਵਿਦਰੋਹ ਕਰਦੇ ਨੇ ਕਿ ਤੁਸੀਂ ਹੱਦ ਕਰ ਦਿੱਤੀ ਹੈ, ਹੋਰ ਕਿੰਨਾ ਕੁ ਸਾਨੂੰ ਲੁੱਟਣਾ ਹੈ। ਤੇ ਜੇ ਇਹਨਾਂ ਅਮੀਰ ਕੰਪਨੀਆਂ ਦੇ ਉੱਤੇ ਸਖਤਾਈ ਕੀਤੀ ਜਾਵੇ ਤਾਂ ਇਹ ਕਹਿਣਗੇ ਕਿ ਅਸੀਂ ਜਿਹੜਾ ਮਾਰਕੀਟ ਦੇ ਵਿੱਚ ਪੈਸਾ ਲਗਾਇਆ ਹੋਇਆ ਹੈ, ਇਹ ਪੈਸਾ ਅਸੀਂ ਇੱਥੋਂ ਕੱਢ ਕੇ ਕਿਸੇ ਹੋਰ ਦੇਸ਼ 'ਚ ਲੈ ਜਾਂਦੇ ਹਾਂ, ਅਸੀਂ ਇੱਥੇ ਇਨਵੈਸਟ ਨਹੀਂ ਕਰਾਂਗੇ। ਜਿਸ ਦੇਸ਼ ਨੇ ਵੀ ਸਾਡੇ ਖਿਲਾਫ ਕਦਮ ਚੁੱਕਿਆ, ਸਖਤਾਈ ਕੀਤੀ, ਹਾਰਡਸ਼ਿਪਸ ਅਪਣਾਈਆਂ, ਅਸੀਂ ਉਸ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ ਵਿੱਚ ਜਾ ਕੇ ਆਪਣਾ ਪੈਸਾ ਇਨਵੈਸਟ ਕਰ ਦੇਵਾਂਗੇ। ਸੋ ਇਹ ਜਿਹੜੀ ਫਾਈਨੈਂਸ਼ੀਅਲ ਮਾਰਕੀਟ ਹੈ, ਇਹ ਇੰਨੀ ਕੰਪਲੈਕਸ ਹੈ ਕਿ ਇਹ ਸਿੱਧੀ ਤਰ੍ਹਾਂ ਕਿਸੇ ਨੂੰ ਸਮਝ ਨਹੀਂ ਆਉਂਦੀ, ਕਿਉਂਕਿ ਇਹ ਚਲਾਕੀਆਂ ਦੇ ਉੱਤੇ ਨਿਰਭਰ ਕਰਦੀ ਹੈ, ਚਲਾਕੀਆਂ ਦੇ ਉੱਤੇ ਬੇਸਡ ਹੈ। ਔਰ ਇਸ ਤਰ੍ਹਾਂ ਦੇ ਸਿਸਟਮ, ਇਸ ਤਰ੍ਹਾਂ ਦੇ ਮਾਡਲਸ ਬਣਾਏ ਜਾਂਦੇ ਨੇ, ਇੰਨੇ ਸਮਾਰਟ ਤਰੀਕੇ ਨਾਲ ਬਣਾਏ ਜਾਂਦੇ ਨੇ ਕਿ ਆਮ ਇਨਸਾਨ ਨੂੰ ਇਹ ਚੀਜ਼ ਸਮਝ ਨਹੀਂ ਆਉਂਦੀ। ਉਦੋਂ ਪਤਾ ਲੱਗਦਾ ਹੈ ਜਦੋਂ 5 ਸਾਲ ਬੀਤ ਚੁੱਕੇ ਹੁੰਦੇ ਨੇ ਕਿ ਕਿਵੇਂ ਇਸ ਕੰਪਨੀ ਨੇ, ਕਿਵੇਂ ਇਸ ਇਦਾਰੇ ਨੇ ਸਾਨੂੰ ਲੁੱਟਿਆ। ਇਸ ਲਈ ਜਿਹੜਾ ਇਹ ਢਾਂਚਾ ਹੈ ਇਹ ਸਿਟੀਜ਼ਨਸ ਨੂੰ ਲੁੱਟਣ ਦਾ, ਕਿਉਂਕਿ ਸਿਟੀਜ਼ਨਸ ਨਾਲ ਇਹ ਚਲਾਕੀ ਖੇਡਣ ਦਾ ਜਿਹੜਾ ਇਹ ਢਾਂਚਾ ਹੈ, ਜਦੋਂ ਤੱਕ ਇਹਦੇ ਵਿੱਚ ਚੇਂਜ ਨਹੀਂ ਆਉਂਦੀ ਉਦੋਂ ਤੱਕ ਅਸੀਂ ਕਿਸੇ ਅੱਛੇ ਫਿਊਚਰ ਦੀ, ਕਿਸੇ ਸੁਨਹਿਰੇ ਭਵਿੱਖ ਦੀ ਉਮੀਦ ਨਹੀਂ ਕਰ ਸਕਦੇ। ਤੇ ਮੁਸ਼ਕਿਲ ਗੱਲ ਇਹ ਹੈ ਕਿ ਇਹ ਸਭ ਕੁਝ ਕਾਨੂੰਨੀ ਰੂਪ ਦੇ ਵਿੱਚ ਕੀਤਾ ਜਾਂਦਾ ਹੈ। ਕਾਨੂੰਨ ਨੂੰ ਇੱਦਾਂ ਮੈਨੀਪੂਲੇਟ ਕਰਦੇ ਨੇ, ਇੱਦਾਂ ਤੋੜ ਮਰੋੜ ਕੇ ਕਾਨੂੰਨ ਦੇ ਵਿੱਚ ਐਗਜ਼ੈਕਟਲੀ ਫਿੱਟ ਕਰਕੇ ਆਪਣੀ ਇੱਛਾ ਨੂੰ, ਆਪਣੇ ਡਿਜ਼ਾਈਨ ਨੂੰ ਇਸ ਤਰ੍ਹਾਂ ਇੰਪਲੀਮੈਂਟ ਕਰਦੇ ਨੇ ਕਿ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਤੇ ਨਾ ਹੀ ਇਹਨਾਂ ਨੂੰ ਫੜਿਆ ਜਾ ਸਕਦਾ, ਕਿਉਂਕਿ ਇਹ ਸਭ ਕੁਝ ਕਾਨੂੰਨੀ ਤਰੀਕੇ ਨਾਲ ਕਰਦੇ ਨੇ। ਇੰਨੇ ਐਕਸਪਰਟ ਨੇ ਇਹਨਾਂ ਦੇ ਕੋਲ, ਜਿਹੜੀ ਟੀਮ ਹੈ, ਚਾਹੇ ਉਹ ਚਾਰਟਰਡ ਅਕਾਊਂਟੈਂਟਸ ਦੀ ਟੀਮ ਹੈ, ਫਾਈਨੈਂਸ਼ੀਅਲ ਐਕਸਪਰਟਸ ਦੀ ਟੀਮ ਹੈ, ਚਾਹੇ ਉਹ ਲੀਗਲ ਮਾਈਂਡਸ ਨੇ, ਇਹ ਟੀਮ ਇੰਨੀ ਸ਼ੈਤਾਨ ਹੈ, ਇੰਨੀ ਤੇਜ਼, ਇੰਨੀ ਇੰਟੈਲੀਜੈਂਟ ਹੈ ਕਿ ਕਾਨੂੰਨ ਨੂੰ ਕਿਵੇਂ ਮੈਨੀਪੂਲੇਟ ਕਰਨਾ ਹੈ ਇਹਨਾਂ ਨੂੰ ਬਿਹਤਰ ਤਰੀਕੇ ਨਾਲ ਆਉਂਦਾ ਹੈ ਤੇ ਇਹ ਉਸ ਇੰਟੈਲੀਜੈਂਸੀ ਦਾ ਇਸਤੇਮਾਲ ਇਸ ਤਰ੍ਹਾਂ ਕਰਦੇ ਨੇ। ਇਸ ਲਈ ਜੇ ਅਸੀਂ ਪੂਰੀ ਤਰ੍ਹਾਂ ਨਾਲ ਸੁਧਾਰ ਚਾਹੁੰਦੇ ਹਾਂ, ਇੱਕ ਸੁਖਾਵਾਂ ਵਾਤਾਵਰਣ ਚਾਹੁੰਦੇ ਹਾਂ ਸਮਾਜ ਦੇ ਵਿੱਚ, ਤਾਂ ਸਾਨੂੰ ਇਹ ਸਾਰੀਆਂ ਚੀਜ਼ਾਂ ਨੂੰ ਮੁੜ ਤੋਂ ਡਿਜ਼ਾਈਨ ਕਰਨਾ ਪਏਗਾ, ਓਵਰਹੌਲਿੰਗ ਕਰਨੀ ਪਏਗੀ। ਉਹਦੇ ਵਾਸਤੇ ਜ਼ਰੂਰੀ ਹੈ ਕਿ ਇੱਕ ਪੋਲੀਟੀਕਲ ਵਿਲ ਪਾਵਰ, ਸਟਰੋਂਗ ਵਿਲ ਪਾਵਰ, ਲੋਕਾਂ ਦੀ ਵਿਲ ਪਾਵਰ ਮਿਲ ਜੁਲ ਕੇ ਇਹਨਾਂ ਸ਼ੈਤਾਨਾਂ ਨੂੰ ਅਸੀਂ ਦੂਰ ਕਰੀਏ ਤੇ ਮਿਲ ਜੁਲ ਕੇ ਉਹ ਜਿਹੜੇ ਲੋਕ ਜੋ ਸਭ ਦੀ ਭਲਾਈ ਵਾਸਤੇ ਸੋਚਦੇ ਨੇ, ਸਭ ਦੇ ਵਾਸਤੇ ਚੰਗਾ ਸੋਚਦੇ ਨੇ, ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲੇ। ਉਹ ਇੰਟੈਲੀਜੈਂਟ ਬ੍ਰੇਨਸ ਕੰਮ ਕਰਨ ਦੇਸ਼ ਦੇ ਲਈ, ਉਹ ਇੰਟੈਲੀਜੈਂਟ ਥਿੰਕ ਟੈਂਕਸ ਕੰਮ ਕਰਨ ਸਮਾਜ ਦੇ ਲਈ, ਲੋਕਾਂ ਦੇ ਲਈ, ਤਾਂ ਕਿ ਸਭ ਦਾ ਜੀਵਨ ਸੁਖਾਵਾਂ ਹੋ ਸਕੇ। ਤੇ ਜਿਹੜੀਆਂ ਨਿੱਕੀਆਂ ਨਿੱਕੀਆਂ, ਵੱਡੀਆਂ ਵੱਡੀਆਂ ਕੰਪਨੀਆਂ ਮਿਲ ਕੇ ਕਰਜ਼ੇ ਦੇ ਕੇ ਲੋਕਾਂ ਨੂੰ ਆਪਣੇ ਕਰਜ਼ਦਾਰ ਬਣਾਉਂਦੀਆਂ ਨੇ, ਫਿਰ ਉਹਨਾਂ ਨੂੰ ਆਪਣੇ ਮੁਤਾਬਿਕ ਇਸਤੇਮਾਲ ਕਰਦੀਆਂ ਨੇ। ਇਹ ਜਿਹੜੀਆਂ ਮਾਈਕਰੋ ਫਾਈਨੈਂਸ ਕੰਪਨੀਆਂ ਵੀ ਬੈਠੀਆਂ ਨੇ, ਇਹ ਵੀ ਵੱਡੀਆਂ ਕੰਪਨੀਆਂ ਦਾ ਹੀ ਹਿੱਸਾ ਨੇ, ਕਿਉਂਕਿ ਹਰ ਥਾਂ ਦੇ ਉੱਤੇ ਬੈਠੀਆਂ ਨੇ, ਚਾਹੇ ਉਹ ਪੇਂਡੂ ਖੇਤਰ ਹੋਵੇ, ਚਾਹੇ ਉਹ ਸ਼ਹਿਰੀ ਖੇਤਰ ਹੋਵੇ, ਚਾਹੇ ਕੋਈ ਛੋਟਾ ਜਿਹਾ ਟਾਊਨ ਹੋਵੇ, ਉਸ ਇਲਾਕੇ ਵਿੱਚ ਵੀ ਬੈਠੀਆਂ ਨੇ ਜਿੱਥੇ ਕੋਈ ਜਾਂਦਾ ਨਹੀਂ, ਉੱਥੇ ਬਹੁਤ ਘੱਟ ਵਸੋਂ ਹੈ, ਬਹੁਤ ਘੱਟ ਪੋਪੂਲੇਸ਼ਨ ਹੈ, ਉੱਥੇ ਵੀ ਚਲੀਆਂ ਜਾਂਦੀਆਂ ਨੇ। ਕਿਸੇ ਨਾ ਕਿਸੇ ਤਰ੍ਹਾਂ ਸਭ ਨੂੰ ਟਰੈਪ ਕਰਕੇ ਆਪਣੇ ਕਰਜ਼ੇ ਦੇ ਜਾਲ ਦੇ ਵਿੱਚ ਫਸਾਇਆ ਜਾਏ ਤਾਂ ਫਿਰ ਉਹਨਾਂ ਨੂੰ ਆਪਣੇ ਮੁਤਾਬਿਕ ਇਸਤੇਮਾਲ ਕੀਤਾ ਜਾਏ। ਕਹਿੰਦੇ ਨੇ ਕਿ ਜੇ ਕਿਸੇ ਨੂੰ ਤੁਸੀਂ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਹੋ ਤਾਂ ਉਹਨੂੰ ਕਰਜ਼ਾ ਦੇਣਾ ਸ਼ੁਰੂ ਕਰੋ, ਉਹਨੂੰ ਆਪਣਾ ਕਰਜ਼ਦਾਰ ਬਣਾ ਲਵੋ, ਫਿਰ ਉਹ ਕਿਤੇ ਨਹੀਂ ਜਾਂਦਾ, ਫਿਰ ਉਹ ਤੁਹਾਡੀ ਮੁੱਠੀ 'ਚ ਰਹੇਗਾ। ਤੁਸੀਂ ਉਹਨੂੰ ਜਿੱਦਾਂ ਇਸਤੇਮਾਲ ਕਰਨਾ ਚਾਹੋ, ਤੁਸੀਂ ਉਹਦੇ ਨਾਲ ਜਿੱਦਾਂ ਖੇਡਣਾ ਚਾਹੋ, ਇਹ ਤੁਹਾਡੀ ਮਰਜ਼ੀ ਦੇ ਉੱਤੇ ਹੈ। ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਕੈਜੂਅਲ ਟਾਕਸ ਦਾ ਹਿੱਸਾ ਬਣੇ। ਹੋਰ ਅਪਡੇਟਸ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।